ਤਾਂ ਬੀਜੇਪੀ ਨੇ ਵੀ ਪਹਿਲਾਂ ਕਿਸਾਨਾਂ ਦੇ ਵਿਰੁੱਧ 3 ਕਾਲੇ ਕਾਨੂੰਨ ਪਾਸ ਕੀਤੇ ਤਾਂ ਉਹਨਾਂ ਨੇ ਫਿਰ ਇਹਨੂੰ ਵਾਪਸ ਲਿਆ ਤੇ ਇਹ ਵੀ ਇੱਕ ਛੜਯੰਤਰ ਹੀ ਆਪਾਂ ਕਹਾਂਗੇ ਕਿ ਪਹਿਲਾਂ ਰਚ ਦੇਣਾ ਔਰ ਬਾਅਦ ਵਿੱਚ ਵਾਪਸ ਲੈ ਲੈਣਾ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਜਿਹੜੇ ਕਾਨੂੰਨ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਉਹਨਾਂ ਦੀ ਟੀਮ ਨੇ ਪਹਿਲੀ ਗੱਲ ਤਾਂ ਕਾਫੀ ਟਾਈਮ ਤੋਂ ਪਹਿਲਾਂ ਹੀ ਚੱਲ ਰਹੀ ਸੀਗੇ ਤੇ ਉਹਨਾਂ ਨੇ ਜਿਹੜੀ ਇਹ ਪਾਸ ਹੋਣ ਦੀ ਪ੍ਰਕਿਰਿਆ ਉਹਨਾਂ ਦੇ ਟਾਈਮ ਵਿੱਚ ਹੋਈ ਤੇ ਦੂਸਰੇ ਰਾਸ਼ਟਰ ਹਿੱਤ ਦੇ ਲਈ ਬਣਾਏ ਗਏ ਸੀ। ਉਹਨਾਂ ਨੇ ਖੁਦ ਕਿਹਾ ਕਿ ਮੈਂ ਰਾਸ਼ਟਰ ਹਿੱਤ ਦੇ ਲਈ ਬਣਾਈ ਨਾ। ਨਹੀਂ ਮਤਲਬ ਕਿ ਜੋ ਗੁਟਕਾ ਸਾਹਿਬ ਤੇ ਸੌਂ ਖਾਦੀ ਉਹ ਤਾਂ ਟੀਮ ਨੇ ਖਾਦੀ। ਬੱਚਾ 4th ਕਲਾਸ 'ਚ ਉਦੋਂ 4th ਕਲਾਸ ਦੀ ਗੱਲ ਕਰੇਗਾ ਲੇਕਿਨ ਆਪਣੀ ਕਲਾਸ ਤੋਂ ਜਦੋਂ ਲੱਗ ਹੋ ਜਾਂਦਾ ਪੜ੍ਹਾਈ ਜਦੋਂ ਉਸ ਤੋਂ ਲੱਗ ਚਲਾ ਜਾਂਦਾ ਤਾਂ ਦੂਸਰੇ ਇਨਵਾਇਰਨਮੈਂਟ 'ਚ ਆ ਕੇ ਪਰ ਉਦੋਂ ਜੋ ਚਿਹਰਾ ਸੀ ਮੁੱਖ ਮੰਤਰੀ ਦਾ ਚਿਹਰਾ ਸੀ ਜਾਂ ਦਾਅਵੇਦਾਰੀ ਮੁੱਖ ਮੰਤਰੀ ਦੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਸੀ। ਡਿਸੀਜਨ ਅਜੇ ਹੋਇਆ ਨਹੀਂ ਕਿ ਜਦੋਂ ਹੋਏਗਾ ਤਾਂ ਦੇਖਾਂਗੇ ਗੱਲ। ਹਾਂਜੀ ਇਹ ਤੁਸੀਂ ਕਹਿ ਸਕਦੇ ਹੋ ਕਿ ਹਾਲੇ ਫੈਸਲਾ ਨਹੀਂ ਹੋਇਆ। ਜੀ 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 ਉਦੋਂ ਮੰਨਣਾ ਹੋਵੇਗਾ ਤਾਂ ਨਹੀਂ। ਤੁਹਾਨੂੰ ਕੀ ਲੱਗ ਰਿਹਾ ਮੈਮ ਕਿ ਤੁਹਾਨੂੰ ਇੱਥੋਂ ਬਠਿੰਡਾ ਸ਼ਹਿਰੀ ਸੀਟ ਤੋਂ ਕਿਸੇ ਤਰ੍ਹਾਂ ਦਾ ਵੀ ਕੋਈ ਸੰਕੇਤ ਆਇਆ ਹੋਵੇ MLA ਦੀ ਚੁਣਾਵ ਦੇ ਵਿੱਚ ਉਮੀਦਵਾਰੀ ਦੇ ਲਈ ਜਾਂ ਇਸ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਸੰਕੇਤ ਮਿਲਿਆ ਹੈ ਮੈਮ? ਸਾਡੇ ਪਾਰਟੀ ਦੇ ਹਰੇਕ ਇਨਸਾਨ ਨੂੰ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹਰੇਕ ਨੂੰ ਹੈ ਜਿਹੜਾ ਅੱਗੇ ਵੱਧ ਕੇ ਕੰਮ ਕਰੇ ਹਰੇਕ ਨੂੰ ਸੰਕੇਤ ਹੈ ਕਿ ਬੀਜੇਪੀ ਨੇ ਪਿਛਲੇ 5 ਸਾਲ ਦੇ ਟੈਨਿਓਰ ਵਿੱਚ ਵੀ ਕੰਮ ਕਰਿਆ ਔਰ ਹੁਣ ਵੀ ਉਹ ਸੱਤਾ ਦੇ ਵਿੱਚ ਹੈ। ਤਾਂ ਮੈਮ ਜੇ ਮੈਂ ਗੱਲ ਕਰਾਂ ਤਾਂ ਵਿਰੋਧਤਾ ਬਹੁਤ ਹੋ ਰਹੀ ਹੈ ਬੀਜੇਪੀ ਦੀ। ਵਿਰੋਧਤਾ ਦੇ ਸਮੇਂ ਵਿੱਚ ਬੀਜੇਪੀ ਨੂੰ ਜੁਆਇਨ ਕਰਨਾ ਇਸ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਉਸ ਸੰਕੇਤ ਦੇ ਸਿਰ ਤੇ ਹੀ ਔਰ ਮੈਂ ਇਹ ਦਾਅਵੇਦਾਰੀ ਕਰਦੀ ਹਾਂ ਕਿ ਅਗਰ ਇਹ ਮੈਨੂੰ ਪਾਰਟੀ ਇਹ ਮੌਕਾ ਦਿੰਦੀ ਹੈ ਤਾਂ 2022 ਦੇ ਵਿੱਚ ਬਠਿੰਡਾ ਦੇ ਵਿੱਚ ਬੀਜੇਪੀ ਦਾ ਝੰਡਾ ਲਹਿਰਾਏ। ਦੋਸਤੋ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਥੈਂਕ ਯੂ ਪੰਜਾਬ। ਅੱਜ ਮੇਰੇ ਨਾਲ ਜੋ ਸ਼ਖਸੀਅਤ ਮੌਜੂਦ ਹਨ ਇਹ ਕਿਸੇ ਵੀ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹਨ। ਤਾਂ ਪਹਿਲਾਂ ਮੈਂ ਤੁਹਾਨੂੰ ਇਹਨਾਂ ਦੇ ਰੂਬਰੂ ਕਰਵਾਉਣਾ। ਇਹ ਹਨ ਵੀਨੂ ਗੋਇਲ ਜੀ ਜੋ ਕਿ ਇੱਕ ਸਮਾਜ ਸੇਵਾ ਦੇ ਵਿੱਚ ਇਹਨਾਂ ਦਾ ਬਹੁਤ ਉੱਚਾ ਰੁਤਬਾ ਹੈ, ਜਿਨ੍ਹਾਂ ਦਾ ਬਠਿੰਡਾ ਦੇ ਵਿੱਚ ਔਰ ਆਸ-ਪਾਸ ਦੇ ਏਰੀਏ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਬਹੁਤ ਉੱਚਾ ਰੁਤਬੇ ਦੇ ਨਾਲ ਇਹ ਕੰਮ ਸੇਵਾ ਨਿਭਾ ਰਹੇ ਹਨ। ਅਤੇ ਜੇ ਮੈਂ ਹੁਣ ਗੱਲ ਕਰਾਂ ਪਿਛਲੇ ਦਿਨਾਂ ਦੀ ਤਾਂ ਜਿਵੇਂ ਜਿਉਂ ਵਿਧਾਨ ਸਭਾ ਚੁਣਾਵ ਨੇੜੇ ਆ ਰਹੇ ਹਨ ਤਾਂ ਉੱਧਰ ਬੀਜੇਪੀ ਆਪਣੇ ਸਿਆਸੀ ਸਮੀਕਰਨ ਨੂੰ ਲੈ ਕੇ ਹਲਚਲ ਦੇ ਵਿੱਚ ਹੈ। ਤਾਂ ਇੱਥੇ ਹੀ ਵੀਨੂ ਗੋਇਲ ਜੀ ਨੇ ਵੀ ਇਹਨਾਂ ਨੇ ਵੀ ਬੀਜੇਪੀ ਜੁਆਇਨ ਕੀਤੀ ਹੈ। ਤਾਂ ਮੈਂ ਮੇਰਾ ਪਹਿਲਾ ਕੁਐਸਚਨ ਤੁਹਾਡੇ ਤੱਕ ਇਹੀ ਰਹੇਗਾ ਕਿ ਬੀਜੇਪੀ ਜੁਆਇਨ ਕਰਨ ਦਾ ਰੀਜ਼ਨ ਕੀ ਰਿਹਾ? ਐਕਚੁਅਲੀ ਜਿਹੜੀ ਬੀਜੇਪੀ ਹੈ ਆਪਣੇ ਆਪ 'ਚ ਇਹਨੂੰ ਰਾਜਨੀਤਿਕ ਪਾਰਟੀ ਨਹੀਂ, ਇਹ ਆਪਣੇ ਆਪ 'ਚ ਇੱਕ ਇਸ ਤਰ੍ਹਾਂ ਦਾ ਸੇਵਾ ਸੰਗਠਨ ਹੈ ਜਿਹੜਾ ਹਮੇਸ਼ਾ ਹੀ ਰਾਸ਼ਟਰ ਹਿੱਤ ਦਾ ਸੋਚ ਕੇ ਰਾਸ਼ਟਰ ਦਾ ਸੋਚ ਕੇ ਦੇਸ਼ ਦਾ ਸੋਚ ਕੇ ਜੋ ਵੀ ਆਪਣੀਆਂ ਨੀਤੀਆਂ ਯੋਜਨਾਵਾਂ ਬਣਾਉਂਦੀ ਹੈ। ਅਤੇ ਮੈਂ ਤੁਹਾਨੂੰ ਗੱਲ ਕਰਦੀ ਹਾਂ ਕਿ 2003 ਦੇ ਵਿੱਚ ਜਦੋਂ ਅਸੀਂ ਇੱਕ ਸੋਸ਼ਲ ਸਰਵਿਸ ਦੇ ਦਾਇਰੇ ਦੇ ਵਿੱਚ ਆਏ ਅਤੇ ਅਸੀਂ ਕੰਮ ਸ਼ੁਰੂ ਕੀਤਾ ਤਾਂ ਇੱਕ ਲੇਡੀਜ਼ ਨੂੰ ਅੰਪਾਵਰ ਕਰਨਾ, ਉਹਨਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ। ਤਾਂ ਇਸ ਤਰ੍ਹਾਂ ਕਰਦੇ 20-30 ਹਜ਼ਾਰ ਲੇਡੀਜ਼ ਨੂੰ ਲਗਾਤਾਰ ਹਰ ਸਾਲ ਕੈਂਪ ਲਗਾ ਕੇ ਉਹਨਾਂ ਦੇ ਸੈਲਫ ਹੈਲਪ ਗਰੁੱਪ ਬਣਾਉਣੇ। ਤਾਂ ਇਸ ਤਰ੍ਹਾਂ ਦਾ ਜਿਹੜਾ ਸਾਡਾ ਦਾਇਰਾ ਸੀਗਾ ਸੋਸ਼ਲ ਸਰਵਿਸ ਦਾ। ਪਰ ਜਦੋਂ 2013 ਦੇ ਵਿੱਚ ਮਾਨਨੀय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਤਾਂ ਸਾਨੂੰ ਇਸ ਤਰ੍ਹਾਂ ਲੱਗਿਆ ਖਾਸ ਕਰਕੇ ਮਹਿਲਾਵਾਂ ਲਈ ਕਿ ਜਿਵੇਂ ਜਿਹੜੇ ਸੁਪਨੇ ਅਸੀਂ ਬੁਣ ਰਹੇ ਸੀ, ਅਸੀਂ ਸਮਾਜ ਸੇਵਾ ਕਰ ਰਹੇ ਸੀ, ਉਹਦਾ ਸਾਕਾਰ ਰੂਪ ਮਿਲ ਗਿਆ। ਤਾਂ ਉਦੋਂ ਤੋਂ ਹੀ ਜਿਹੜੇ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਿਹੜੀਆਂ ਪਾਲਿਸੀਆਂ ਉਹਨਾਂ ਦੇ ਨਾਲ ਸਾਡੀ ਅਟੈਚਮੈਂਟ ਹੋਈ। ਤਾਂ ਦਿਲ ਕੀਤਾ ਕਿ ਜਿਹੜਾ ਅਸੀਂ ਸੁਪਨਾ ਦੇਖ ਰਹੇ ਹਾਂ ਸਮਾਜ ਦੇ ਵਿਕਾਸ ਦਾ, ਰਾਸ਼ਟਰ ਦੇ ਵਿਕਾਸ ਦਾ, ਲੋਕਾਂ ਦੀ ਗਰੀਬੀ ਦੂਰ ਕਰਨ ਦਾ, ਜਾਂ ਅਸੀਂ ਕਹੀਏ ਲੋਕਾਂ ਨੂੰ ਸਵੈ ਰੋਜ਼ਗਾਰ ਪ੍ਰਦਾਨ ਕਰਨ ਦਾ, ਦੇਸ਼ ਦੇ ਵਿਕਾਸ ਦਾ, ਤਾਂ ਉਹ ਸਾਰੇ ਸੁਪਨੇ ਇਸ ਪਲੇਟਫਾਰਮ 'ਤੇ ਆ ਕੇ ਸਾਕਾਰ ਹੋ ਰਹੇ ਆ। ਮੈਮ ਸੌਰੀ ਮੈਂ ਵਿੱਚ ਕੱਟ ਰਿਹਾ ਤੁਹਾਨੂੰ, ਤੁਸੀਂ ਕਹਿ ਰਹੇ ਹੋ ਇਸ ਪਲੇਟਫਾਰਮ 'ਤੇ ਆ ਕੇ ਸਾਕਾਰ ਹੋ ਰਹੇ ਹਨ। ਤਾਂ ਜਿੱਥੇ ਬੀਜੇਪੀ ਨੇ ਪਿਛਲੇ 5 ਸਾਲ ਦੇ ਟੈਨਿਓਰ ਵਿੱਚ ਵੀ ਕੰਮ ਕਰਿਆ ਔਰ ਹੁਣ ਵੀ ਉਹ ਸੱਤਾ ਦੇ ਵਿੱਚ ਹੈ। ਤਾਂ ਮੈਮ ਜੇ ਮੈਂ ਗੱਲ ਕਰਾਂ ਤਾਂ ਵਿਰੋਧਤਾ ਬਹੁਤ ਹੋ ਰਹੀ ਹੈ ਬੀਜੇਪੀ ਦੀ। ਵਿਰੋਧਤਾ ਦੇ ਸਮੇਂ ਵਿੱਚ ਬੀਜੇਪੀ ਨੂੰ ਜੁਆਇਨ ਕਰਨਾ ਇਸ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਦੇਖੋ ਜਿੱਥੋਂ ਤੱਕ ਵਿਰੋਧਤਾ ਸੀ ਮੈਨੂੰ ਲੱਗਦਾ ਇਹ ਗੱਲ ਤਾਂ ਹੁਣ ਪਿੱਛੇ ਰਹਿ ਗਈਆਂ ਨੇ ਤੇ ਹੁਣ ਇੱਕ ਤੁਹਾਨੂੰ ਕੀ ਨਹੀਂ ਤੁਹਾਨੂੰ ਕੀ ਲੱਗਦਾ ਉਹ ਸਾਰਾ ਕੁਝ ਜਿਹੜਾ ਕੁਝ ਵੀ ਹੋਇਆ ਇਸ ਟੈਨਿਓਰ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਉਹ ਸਾਰਾ ਕੁਝ ਭੁਲਾ ਦਿੱਤਾ ਜਾਵੇਗਾ ਲੋਕਾਂ ਵੱਲੋਂ? ਭੁਲਾ ਨਹੀਂ ਦਿੱਤਾ ਜਾਏਗਾ। ਜਿਹੜੀ ਲੋਕਾਂ ਦੀ ਏਕਤਾ ਹੈ, ਲੋਕਾਂ ਦਾ ਪਿਆਰ ਹੈ, ਲੋਕਾਂ ਦਾ ਵਿਸ਼ਵਾਸ ਹੈ ਜੋ ਆਪਣੇ ਪ੍ਰਧਾਨ ਮੰਤਰੀ ਪ੍ਰਤੀ ਪ੍ਰਜਾ ਕਹਿੰਦੀ ਇੱਕ ਰਾਜੇ ਦੇ ਕੋਲੋਂ ਚਾਹੁੰਦੀ ਹੁੰਦੀ ਹੈ, ਉਸ ਮਿਹਨਤ ਦਾ, ਉਸ ਸਤਿਕਾਰ ਦਾ, ਉਸ ਦਾ ਫਲ ਮਿਲਿਆ। ਉਹਨਾਂ ਨੇ ਰਾਸ਼ਟਰ ਹਿੱਤ ਦੇ ਲਈ ਜੋ ਵੀ ਫੈਸਲੇ ਲਿੱਤੇ ਰਾਸ਼ਟਰ ਹਿੱਤ ਲਈ ਲਏ। ਜੀ ਮੈਂ ਕਹਿ ਰਿਹਾ ਚਲੋ ਜੋ ਤੁਸੀਂ ਕਹਿ ਰਹੇ ਹੁਣ ਤੁਹਾਨੂੰ ਕੀ ਲੱਗਦਾ ਕਿ ਵਿਰੋਧਤਾ ਬੀਜੇਪੀ ਦੀ ਖਤਮ ਹੋ ਚੁੱਕੀ ਹੈ?
ਪੂਰੀ ਤਰ੍ਹਾਂ ਹੁਣ ਜਿਹੜੇ ਹੈ ਅਸੀਂ ਇੱਕ ਨਵੇਂ ਸਿਰੇ ਤੋਂ ਆਪਣਾ ਜਿਹੜਾ ਲੋਕ ਸੰਪਰਕ ਅਭਿਆਨ ਚਲਾ ਰਹੇ ਹਾਂ, ਬੂਥ ਵਾਈਜ਼ ਕੰਮ ਕਰ ਰਹੇ ਹਾਂ, ਲੋਕਾਂ ਨੂੰ ਸੰਪਰਕ ਕਰ ਰਹੇ ਔਰ ਮੈਂ ਆਪਣੀ ਆਵਾਜ਼ ਮੈਂ ਆਪਣੇ ਮਨ ਦੀ ਗੱਲ ਨਹੀਂ ਦੱਸ ਰਹੀ, ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰ ਰਹੀ ਕਿਉਂਕਿ ਮੇਰਾ ਦਿਨੋਂ ਦਿਨ ਲੋਕਾਂ ਨਾਲ ਰਾਬਤਾ ਵੱਧ ਰਿਹਾ। ਅਸੀਂ ਸਵੇਰ ਦੇ ਨਿਕਲਦੇ ਹਾਂ, ਸ਼ਾਮ ਤੱਕ ਲੋਕਾਂ 'ਚ ਹੀ ਵਿਚਰਦੇ ਹਾਂ। ਹੁਣ ਲੋਕਾਂ ਦੀ ਆਵਾਜ਼ ਖੁਦ ਦੀ ਇਹ ਹੈ ਕਿ ਭਾਜਪਾ ਸਰਕਾਰ ਆਵੇ ਪੰਜਾਬ ਦੇ ਵਿੱਚ। ਅੱਛਾ, ਤੁਸੀਂ ਕਹਿ ਰਹੇ ਹੋ ਕਿ ਲੋਕ ਚਾਹੁੰਦੇ ਆ ਕਿ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਆਵੇ, ਤਾਂ ਮੈਮ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਲੋਕ ਚਾਹੁੰਦੇ ਆ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਆਵੇ, ਤਾਂ ਇਸ ਦੇ ਨਾਲ ਜੇਕਰ ਤੁਹਾਨੂੰ ਇੱਥੇ ਕੋਈ ਵੀ ਇੰਡੀਕੇਸ਼ਨ ਜਾਂ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਉਹਨਾਂ ਨੇ ਕਿਹਾ ਹੈ ਕਿ ਇੱਥੋਂ ਤੁਸੀਂ ਸੀਟ ਤੋਂ ਲੜਨਾ ਹੈ ਜਾਂ ਕਿਸ ਤਰ੍ਹਾਂ ਕਿ ਐਜ਼ ਏ ਵਰਕਰ ਹੀ ਹਾਲੇ ਕੰਮ ਕਰ ਰਹੇ ਹੋ? ਦੇਖੋ, ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹਦੇ ਵਿੱਚ ਜਿਹੜੀ ਹੈ ਸਰਕਾਰ ਨੀਚੇ ਤੋਂ ਉੱਪਰ ਵੱਲ ਨੂੰ ਬਣਦੀ ਹੈ। ਨੀਚੇ ਸਭ ਤੋਂ ਨੀਚੇ ਵਾਲੇ ਲੋਕ ਵਰਕਰ ਦਾ ਕੰਮ ਦੇਖ ਕੇ, ਛੋਟੇ ਤੋਂ ਛੋਟੇ ਬੰਦੇ ਦਾ ਕੰਮ ਦੇਖ ਕੇ ਵੱਡੇ ਤੋਂ ਵੱਡੇ ਕੰਮ ਦਾ, ਉਹਦੇ ਵਿੱਚ ਕੋਈ ਡਾਈਵਰਸਿਟੀ ਨਹੀਂ ਹੁੰਦੀ। ਉਹਦੇ ਵਿੱਚ ਇਹ ਹੈ ਕਿ ਜੋ ਅੱਛਾ ਕੰਮ ਕਰ ਰਿਹਾ ਉਹ ਆਪਣੇ ਆਪ ਉੱਪਰ ਆ ਜਾਂਦਾ ਹੈ। ਔਰ ਮੇਰੀ ਜਿਹੜੀ ਟੀਮ ਹੈ ਅਤੇ ਅਸੀਂ ਹੈ ਜਿਹੜੇ ਮਿਲ ਕੇ ਅਸੀਂ ਬੈਸਟ ਦੇ ਰਹੇ ਹਾਂ ਆਪਣਾ, ਔਰ ਜਿਹੜਾ ਹਾਈ ਕਮਾਂਡ ਦਾ ਹੋਊਗਾ ਅਸੀਂ ਉਸ ਹੁਕਮ ਦੇ ਨਾਲ ਹਾਂ। ਨਹੀਂ ਮੈਮ, ਹਾਈ ਕਮਾਂਡ ਦਾ ਹੁਕਮ ਮੰਨਣਾ ਹੋਵੇਗਾ ਤਾਂ ਨਹੀਂ, ਤੁਹਾਨੂੰ ਕੀ ਲੱਗ ਰਿਹਾ ਮੈਮ ਕਿ ਤੁਹਾਨੂੰ ਇੱਥੋਂ ਬਠਿੰਡਾ ਸ਼ਹਿਰੀ ਸੀਟ ਤੋਂ ਕਿਸੇ ਤਰ੍ਹਾਂ ਦਾ ਵੀ ਕੋਈ ਸੰਕੇਤ ਆਇਆ ਹੋਵੇ ਐਮਐਲਏ ਦੀ ਚੁਣਾਵ ਦੇ ਵਿੱਚ ਉਮੀਦਵਾਰੀ ਦੇ ਲਈ, ਜਾਂ ਇਸ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਸੰਕੇਤ ਮਿਲਿਆ ਹੈ ਮੈਮ? ਸਾਡੇ ਪਾਰਟੀ ਦੇ ਹਰੇਕ ਇਨਸਾਨ ਨੂੰ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ, ਹਰੇਕ ਨੂੰ ਹੈ ਜਿਹੜਾ ਅੱਗੇ ਵੱਧ ਕੇ ਕੰਮ ਕਰੇ, ਹਰੇਕ ਨੂੰ ਹੀ ਸੰਕੇਤ ਹੈ ਕਿ ਤੁਸੀਂ ਪਾਰਟੀ ਨੂੰ ਉੱਪਰ ਲੈ ਕੇ ਆਓ। ਉਸ ਸੰਕੇਤ ਦੇ ਸਿਰ ਤੇ ਹੀ ਔਰ ਮੈਂ ਇਹ ਦਾਅਵੇਦਾਰੀ ਕਰਦੀ ਹਾਂ ਕਿ ਅਗਰ ਇਹ ਮੈਨੂੰ ਪਾਰਟੀ ਇਹ ਮੌਕਾ ਦਿੰਦੀ ਹੈ ਤਾਂ 2022 ਦੇ ਵਿੱਚ ਬਠਿੰਡਾ ਦੇ ਵਿੱਚ ਬੀਜੇਪੀ ਦਾ ਝੰਡਾ ਲਹਿਰਾਏਗਾ। ਬੀਜੇਪੀ ਦਾ ਝੰਡਾ 2022 ਦੇ ਵਿੱਚ ਤੁਸੀਂ ਕਹਿ ਰਹੇ ਹੋ ਇੱਥੇ ਲਹਿਰਾਏਗਾ। ਪਰ ਮੈਂ ਜੇ ਗੱਲ ਕਰਾਂ, ਤੁਸੀਂ ਇੱਕ ਸਮਾਜ ਸੇਵੀ ਦੇ ਵਿੱਚ ਨਾਲ ਰਾਜਨੀਤੀ ਦੇ ਵਿੱਚ ਕਦਮ ਰੱਖਣਾ, ਔਰ ਜੇ ਮੈਂ ਗੱਲ ਕਰਾਂ ਤਾਂ ਇੱਥੇ ਬਹੁਤ ਹੀ ਪੁਰਾਣੇ ਤੁਸੀਂ ਕਹਿ ਸਕਦੇ ਹੋ ਕਿ ਸਰੂਪ ਚੰਦ ਸਿੰਗਲਾ ਜੀ, ਉਹ ਵੀ ਅਕਾਲੀ ਦਲ ਤੋਂ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਗੱਠਜੋੜ ਤੋਂ ਉਮੀਦਵਾਰੀ ਦੇ ਵਿੱਚ ਜਿੱਤੇ ਵੀ ਹਨ। ਤਾਂ ਜੇ ਮੈਂ ਦੂਸਰਾ ਸ਼ਖਸ ਦੀ ਗੱਲ ਕਰਾਂ ਤਾਂ ਆਪਣੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਜੀ, ਤੇ ਜੇ ਮੈਂ ਹੁਣ ਗੱਲ ਕਰਾਂ ਤਾਂ ਇੱਕ ਤੀਸਰੀ ਧਿਰ ਜਿਹੜੀ ਪੈਦਾ ਹੋਈ ਹੈ ਆਮ ਆਦਮੀ ਪਾਰਟੀ, ਤਾਂ ਉਹ ਗਿੱਲ ਸਰ ਵੀ ਇੱਥੇ ਕਾਫੀ ਕੰਮ ਕਰ ਰਹੇ ਹਨ। ਤਾਂ ਇਹਨਾਂ ਤਿੰਨਾਂ ਚਿਹਰਿਆਂ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਕਿ ਜੇਕਰ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਾਉਂਸ ਹੋ ਚੁੱਕਿਆ ਹੈ ਸਰੂਪ ਚੰਦ ਸਿੰਗਲਾ ਜੀ ਦੀ ਟਿਕਟ ਦਾ, ਆਮ ਆਦਮੀ ਪਾਰਟੀ ਨੇ ਹਾਲੇ ਸ਼ਹਿਰੀ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਅਨਾਉਂਸਮੈਂਟ ਨਹੀਂ ਕੀਤੀ ਔਰ ਕਾਂਗਰਸ ਨੇ ਵੀ ਨਹੀਂ ਕੀਤੀ। ਜੇਕਰ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਣਕਾਰੀ ਲੈਣਾ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੇ ਗੱਠਜੋੜ ਦਾ ਜੋ ਉਮੀਦਵਾਰ ਹੈ ਸਰੂਪ ਚੰਦ ਸਿੰਗਲਾ, ਉਸ ਨੂੰ ਤੁਸੀਂ ਕਿੰਨਾ ਕੁ ਆਪਦੇ ਕੰਪੈਟੀਟਿਵ ਦੇਖ ਰਹੇ ਹੋ ਕਿ ਕਿੰਨਾ ਕੁ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦਾ ਉਮੀਦਵਾਰੀ ਦੇ ਵਿੱਚ, ਦਾਅਵੇਦਾਰੀ ਦੇ ਵਿੱਚ, ਔਰ ਜੇ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਚੋਣ ਨੂੰ ਲੜੋਗੇ? ਮੈਂ ਇੱਕੋ ਹੀ ਗੱਲ, ਤੁਹਾਡੇ ਸਾਰੇ ਸਵਾਲਾਂ ਦਾ ਇੱਕੋ ਗੱਲ ਦੇ ਵਿੱਚ ਜਵਾਬ ਦਊਂਗੀ ਕਿ ਜਦੋਂ ਇੱਕ ਇਨਸਾਨ, ਮੈਂ ਕਿਉਂਕਿ 23 ਸਾਲਾਂ ਦੇ ਇੱਥੋਂ ਹੀ ਮੇਰਾ ਬਠਿੰਡੇ ਦੇ ਵਿੱਚ ਹੀ ਜਨਮ ਹੋਇਆ, ਇੱਥੇ ਹੀ ਮੇਰਾ ਵਿਆਹ ਹੋਇਆ ਔਰ ਮੇਰੇ ਦੋਨੋਂ ਹੀ ਪਰਿਵਾਰ ਇੱਥੋਂ ਹੀ ਬਿਲੋਂਗ ਕਰਦੇ ਹੈ। ਈਵਨ ਸਾਡਾ ਪਿੱਛੋਂ ਵੀ ਜਿਹੜਾ ਖਾਨਦਾਨ ਆਇਆ ਸੀ ਜਦੋਂ ਅਸੀਂ ਬਠਿੰਡਾ ਆ ਕੇ ਵਸੇ ਸੀਗੇ 1980 ਤੋਂ ਪਹਿਲਾਂ, ਤਾਂ ਉਹ ਸਾਰੇ ਦੇ ਸਾਰੇ ਪਰਿਵਾਰ ਅਸੀਂ ਇੱਥੇ ਆ ਕੇ ਵਸੇ, ਚਾਹੇ ਉਹ ਪੇਕਿਆਂ ਦਾ ਚਾਹੇ ਸਹੁਰੇ ਪਰਿਵਾਰ ਦਾ। ਹੁਣ ਗੱਲ ਰਹੀ ਜਿਹੜੀ ਬਠਿੰਡਾ ਲੈਵਲ ਦੀ, ਤਾਂ ਇੱਕ ਗਲੀ, ਇੱਕ ਮੁਹੱਲੇ ਦੇ ਵਿੱਚ ਸੋਸ਼ਲ ਵਰਕ ਕਰਨਾ, ਲੋਕਾਂ ਦੇ ਨਾਲ ਮਿਲਣਾ, ਵੂਮੈਨਸ ਦੀਆਂ ਪ੍ਰੋਬਲਮ ਸੁਣਨੀਆਂ, ਚਾਹੇ ਉਹ ਫੈਮਿਲੀ ਦੀਆਂ ਹੋਣ, ਉਹ ਉਦੋਂ ਜਦੋਂ ਮੈਂ ਸਾਰਾ ਕੰਮ ਕਰਦੀ ਸੀ ਉਹ ਇਸ ਲਈ ਨਹੀਂ ਕਰਦੀ ਸੀ ਮੈਂ ਕਿਸੇ ਰਾਜਨੀਤਿਕ ਬੈਨਰ ਥੱਲੇ ਕੰਮ ਕਰ ਰਹੀ ਸੀ। ਲੋਕਾਂ ਨੂੰ ਕੀ, ਲੋਕ ਕਿਸੇ ਪਾਰਟੀ ਦੇ ਮੁਹਤਾਜ ਨਹੀਂ, ਲੋਕ ਪਾਰਟੀ ਦੀਆਂ ਨੀਤੀਆਂ, ਯੋਜਨਾਵਾਂ ਤੇ ਉਹ ਚਿਹਰਾ ਜਿਹੜਾ ਉਹ ਨੀਤੀਆਂ ਨੂੰ ਪ੍ਰੈਕਟੀਕਲ ਰੂਪ ਲਿਆਵੇ, ਨਾ ਕਿ ਕਾਗਜ਼ੀ ਗੱਲਾਂ ਕਰਕੇ ਜਾਂ ਭਾਸ਼ਣਾਂ ਤੱਕ ਸੀਮਤ ਰੱਖੇ। ਤੇ ਮੈਨੂੰ ਲੱਗਦਾ ਮੈਂ ਉਹਨਾਂ ਗੱਲਾਂ ਤੇ ਲੋਕਾਂ ਦੇ ਖਰੇ ਉਤਰ ਰਹੀ ਹਾਂ। ਮੈਮ, ਮੇਰੇ ਜ਼ਿਹਨ ਦੇ ਵਿੱਚ ਤੁਹਾਡੀਆਂ ਹੀ ਗੱਲਾਂ ਤੋਂ ਇੱਕ ਹੋਰ ਕੁਐਸਚਨ ਆ ਰਿਹਾ, ਜਿਸ ਤਰ੍ਹਾਂ ਤੁਸੀਂ ਕਿਹਾ, ਤੇ ਜੇ ਮੈਂ ਗੱਲ ਕਰਾਂ ਤਾਂ ਬੀਜੇਪੀ ਦੇ ਗੱਠਜੋੜ ਦੇ ਸਮੇਂ ਤੁਸੀਂ ਮੈਨੂੰ ਲੱਗਦਾ ਹੈ ਕਿ ਮਦਦ ਕੀਤੀ ਹੋਵੇਗੀ ਸਰੂਪ ਚੰਦ ਸਿੰਗਲਾ ਦੀ। ਦੇਖੋ, ਜਿਹੜੀ ਮੈਂ ਪਾਰਟੀ ਦੀ, ਮੈਂ ਪਹਿਲਾਂ ਹੀ ਕਿਹਾ ਕਿ ਜਦੋਂ ਕੋਈ ਸਮਾਜ ਸੇਵੀ ਨੂੰ ਕੋਈ ਅੱਛੀ ਪਾਲਿਸੀ ਨਜ਼ਰ ਆਉਂਦੀ ਹੈ, ਜਦੋਂ ਲੱਗਦਾ ਹੈ ਵੀ ਇਸ ਇਨਸਾਨ ਇੱਥੇ ਮਦਦ ਕਰ ਸਕਦਾ ਹੈ ਜਾਂ ਆਹ ਯੋਜਨਾ ਲੋਕਾਂ ਲਈ ਲਾਭਦਾਈ ਹੈ, ਤਾਂ ਉਹਦਾ ਸਮਰਥਨ ਕਰਦਾ। ਉਹਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਪਾਰਟੀ ਕਿਹੜੀ ਹੈ। ਹਾਂ, ਜਦੋਂ ਹੁਣ ਮੈਂ ਖੁਦ ਇੱਕ ਪਾਰਟੀ ਜੁਆਇਨ ਕੀਤੀ ਹੈ, ਤਾਂ ਅਗਰ ਮੈਂ ਰਾਜਨੀਤੀ ਦੇ ਵਿੱਚ ਹੀ ਵੜਨਾ ਹੁੰਦਾ ਤਾਂ 23 ਸਾਲ ਕੋਈ ਲੰਬਾ ਸਮਾਂ ਨਹੀਂ ਹੁੰਦਾ। ਇਹ 23 ਸਾਲ ਕੋਈ, ਮੈਨੂੰ ਨਹੀਂ ਲੱਗਦਾ ਕੋਈ ਵੀ ਰਾਜਨੀਤੀ, ਜਿਹੜੇ ਵੀ ਲੋਕ ਪਾਰਟੀ 'ਚ ਆਏ ਹੈ, ਉਹਨਾਂ ਨੇ 23 ਸਾਲ ਵੇਟ ਨਹੀਂ ਕੀਤੀ। ਉਹਨਾਂ ਨੇ ਜਾਂ ਤਾਂ ਆਪਣੇ ਖਾਨਦਾਨੀ ਉਹਨਾਂ ਨੂੰ ਮਿਲਦਾ ਕਿ ਅਗਰ ਉਹਨਾਂ ਦੇ ਬਾਪ ਜੀ ਦਾ ਜਾਂ ਦਾਅਵੇਦਾਰੀ ਠੋਕ, ਸਿੱਧੀ ਆ ਕੇ 1 ਸਾਲ ਕੰਮ ਕਰਕੇ, ਵੱਧ ਤੋਂ ਵੱਧ 2 ਮਹੀਨੇ ਕੰਮ ਕਰਕੇ ਦਾਅਵੇਦਾਰੀ ਠੋਕਦੇ ਆ। 23 ਸਾਲ ਬਾਅਦ ਕੋਈ ਦਾਅਵੇਦਾਰੀ ਨਹੀਂ। ਮੈਂ ਮੰਨ ਲਓ ਮੈਮ ਤੁਹਾਡੀ ਗੱਲ ਕਰਾਂ, 23 ਸਾਲਾਂ ਦਾ ਟੈਨਿਓਰ ਤੁਸੀਂ ਸਮਾਜ ਸੇਵਾ ਨੂੰ ਦਿੱਤਾ ਤੇ ਹੁਣ ਤੁਸੀਂ ਰਾਜਨੀਤੀ ਦੇ ਵਿੱਚ ਆਏ, ਤਾਂ ਵਿੱਚ ਵੀ ਸੇਵਾ ਹੀ ਕਰਨੀ ਹੈ ਜੀ ਆ ਕੇ। ਨਹੀਂ, ਠੀਕ ਹੈ ਜੀ, ਰਾਜਨੀਤੀ ਦੇ ਵਿੱਚ ਇਹ ਇੱਕ ਅਲੱਗ ਕਨਸੈਪਟ ਹੈ, ਰਾਜਨੀਤੀ ਔਰ ਸਮਾਜ ਸੇਵਾ ਇੱਕ ਅਲੱਗ ਕਨਸੈਪਟ ਹੈ ਦੋਨੋਂ ਇੱਕ ਦੂਜੇ ਦੇ ਪੂਰਕ ਹੈ। ਐਕਚੁਅਲੀ ਰਾਜਨੀਤੀ ਤੋਂ ਸਮਾਜ ਸੇਵਾ ਦਾ ਵੀ ਇੱਕ ਮੈਂ ਤੁਹਾਨੂੰ ਦੱਸਦੀ ਹਾਂ, ਕੋਵਿਡ ਦੇ ਦੌਰਾਨ
ਜਦੋਂ ਅਸੀਂ ਲੋਕਾਂ ਦੀ ਸੇਵਾ ਕੀਤੀ ਤਾਂ ਸਾਡਾ ਮਤਲਬ ਉਦੋਂ ਤਾਂ ਮੈਂ ਸੋਸ਼ਲ ਵਰਕਰ ਹੀ ਕੰਮ ਕਰ ਰਹੀ ਸੀ, ਉਦੋਂ ਮੈਂ ਹਜੇ ਜੁਆਇਨ ਨਹੀਂ ਕੀਤਾ ਸੀ ਰੱਬ ਕਿਸੇ ਪਾਰਟੀ ਨੂੰ, ਪਰ ਮੈਨੂੰ ਇੰਨੀ ਨਮੋਸ਼ੀ ਹੋਈ ਕਿ ਸੈਂਟਰ ਤੋਂ ਗਰੀਬ ਕਲਿਆਣ ਯੋਜਨਾ ਹੋਰ ਇੰਨੀਆਂ ਸਕੀਮਾਂ ਆ ਰਹੀਆਂ ਸੀ ਸਾਡੇ ਲੋਕਾਂ ਨੂੰ। ਇੱਥੋਂ ਆਯੁਸ਼ਮਾਨ ਕਿੰਨੀ ਕੁ ਵੱਡੀ ਗੱਲ ਹੈ, ਕਾਰਡ ਤੇ ਮੈਨੂੰ ਲੱਗਦਾ 24 ਘੰਟੇ ਦੇ ਅੰਦਰ ਆਯੁਸ਼ਮਾਨ ਕਾਰਡ ਬਣ ਜਾਂਦਾ। ਤਾਂ ਇੰਨੀਆਂ ਸੈਂਟਰ ਤੋਂ ਅੱਛੀਆਂ ਪਾਲਿਸੀਆਂ ਆ ਰਹੀਆਂ ਸੀ, ਮੇਰੀ ਜਨਤਾ ਤੱਕ ਨਹੀਂ ਪਹੁੰਚ ਰਹੀ ਸੀ, ਜਨਤਾ ਤਰਾਹ ਕਰ ਰਹੀ ਸੀ। ਵਨ ਨੇਸ਼ਨ ਵਨ ਕਾਰਡ ਦੀ ਵੀ ਸਕੀਮ ਆਈ, ਰਾਸ਼ਨ ਕਾਰਡ ਕਿਸੇ ਦੇ ਕੱਟੇ ਜਾ ਰਹੇ ਆ, ਕਿ ਰਾਜਨੀਤੀ ਸਾਰੀ ਇੱਥੇ ਹੀ ਕਰਨੀ ਹੈ। ਮੈਨੂੰ ਬੜੀ ਨਾਮੋਸ਼ੀ ਹੋਈ, ਇਸੇ ਕਰਕੇ ਮੈਂ ਬੀਜੇਪੀ ਦੀ ਪਾਰਟੀ ਵੀ ਜੁਆਇਨ ਕੀਤੀ ਕਿ ਅਗਰ ਮੇਰੇ ਹੱਥ 'ਚ ਪਾਵਰ ਹੋਏਗੀ, ਅਗਰ ਮੈਂ ਇਸ ਪਾਰਟੀ ਨਾਲ ਜੁੜੂੰਗੀ ਤਾਂ ਲੋਕਾਂ ਦਾ ਮੈਂ ਉਸ ਲੈਵਲ ਤੇ ਵੀ ਕੰਮ ਕਰ ਪਾਉਂਗੀ। ਜਦੋਂ ਅਸੀਂ ਸਿਰਫ ਰਾਜਨੀਤੀ ਨੇਤਾ ਵਾਲੀ ਝਾਕਦੇ ਰਹਿੰਦੇ ਵੀ ਇਹ ਕੰਮ ਤਾਂ ਉਹਨਾਂ ਦੇ ਵੱਸ ਦਾ, ਸੋਸ਼ਲ ਵਰਕ ਅਸੀਂ ਕੀ ਕਰੀਏ। ਚਲੋ ਹੁਣ ਜੇਕਰ ਤੁਸੀਂ ਸੱਤਾ ਦੇ ਵਿੱਚ ਆਉਂਦੇ ਹੋ ਜਾਂ ਤੁਸੀਂ ਇਸ ਤੋਂ ਟਿਕਟ ਲੜਦੇ ਹੋ, ਜੇ ਤੁਹਾਨੂੰ ਜਿੱਤ ਹਾਸਲ ਹੁੰਦੀ ਹੈ ਤਾਂ ਤੁਸੀਂ ਇਹਨਾਂ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ ਔਰ ਜਨਤਾ ਦੀ ਸੇਵਾ ਕਰ ਸਕਦੇ ਹੋ। ਤਾਂ ਮੈਂ ਇੱਕ ਕੁਐਸਚਨ ਫਿਰ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਸਰੂਪ ਚੰਦ ਸਿੰਗਲਾ ਜੀ ਨੂੰ ਆਪਦੇ ਓਪੋਜੀਸ਼ਨ 'ਚ ਕਿਸ ਤਰ੍ਹਾਂ ਦਾ ਕੈਂਡੀਡੇਟ ਮੰਨਦੇ ਹੋ, ਕਿਉਂਕਿ ਉਹ ਵੀ ਇੱਕ ਹਿੰਦੂ ਚਿਹਰਾ ਹਨ ਔਰ ਤੁਸੀਂ ਵੀ ਇੱਕ ਹਿੰਦੂ ਚਿਹਰਾ ਹੋ। ਔਰ ਜੇ ਮੈਂ ਗੱਲ ਕਰਾਂ ਬਠਿੰਡਾ ਸ਼ਹਿਰੀ ਦੀ ਤਾਂ ਹਿੰਦੂ ਚਿਹਰਾ ਇੱਥੇ ਹਿੰਦੂ ਵੋਟ ਬੈਂਕ ਜ਼ਿਆਦਾ ਹੋਣ ਦੇ ਕਾਰਨ ਹਿੰਦੂ ਚਿਹਰੇ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ। ਤਾਂ ਮੈਮ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਨੂੰ, ਸਰੂਪ ਚੰਦ ਸਿੰਗਲਾ ਜੀ ਨੂੰ? ਦੇਖੋ ਜੀ, ਜਨਤਾ ਬਹੁਤ ਹੁਣ ਜਾਗਰੂਕ ਹੋ ਗਈ ਹੈ। ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਬੜੀ ਪੜ੍ਹੀ ਲਿਖੀ ਹੈ ਔਰ ਸਾਡੇ ਖਾਸ ਕਰਕੇ ਸੋਸ਼ਲ ਮੀਡੀਆ ਕਰਕੇ ਤਾਂ ਜਿਹੜੀ ਲੋਕ ਹੈ, ਆਮ ਲੋਕ ਸਾਰੇ ਅਵੇਅਰ ਹੋ ਗਏ ਆ। ਮੈਨੂੰ ਨਹੀਂ ਲੱਗਦਾ ਕਿ ਕਿਸੇ ਇੱਕ ਚੀਜ਼ ਨੂੰ ਦੇਖ ਕੇ ਹੀ ਜਿਹੜੀ ਹੈ ਵੋਟ ਲੋਕ ਆਪਣੀ ਦਿੰਦੇ ਆ ਜਾਂ ਕਿਸੇ ਨੂੰ ਸ਼ਕਤੀ ਕਿਸੇ ਦੇ ਹੱਥ 'ਚ ਸੌਂਪਦੇ ਆ। ਲੋਕ ਬੜੇ ਸਮਝਦਾਰ ਹੈ ਔਰ ਉਹਨਾਂ ਨੂੰ ਵੀ ਦਿਖਦਾ ਹੈ ਕਿ ਸਾਡੇ ਲਈ ਸਮਾਜ 'ਚ ਕੰਮ ਆਉਣ ਵਾਲਾ ਚਿਹਰਾ ਕਿਹੜਾ ਹੈ। ਗੱਲ ਰਹੀ ਓਪੋਜੀਸ਼ਨ ਕਿਹੜੇ ਚਿਹਰੇ ਹੈ ਕਿਹੜੇ ਨਹੀਂ ਹੈ, ਉਹ ਜਿਹੜੀ ਹੈ ਪੋਲੀਟਿਕਸ ਚਿਹਰੇ ਹੈ। ਜਿਹੜਾ ਮੈਂ ਕੰਮ ਲੈ ਕੇ ਆਉਂਗੀ, ਜਿਹੜਾ ਲੋਕਾਂ ਅੱਗੇ ਇਹ ਚਿਹਰਾ ਅੱਗੇ ਜਾਏਗਾ, ਇਹ ਕਿਸੇ ਪੋਲੀਟਿਕਸ ਚਿਹਰਾ ਨਹੀਂ ਹੈ, ਇੱਕ ਸਮਾਜ ਸੇਵੀ ਤੇ ਸਮਾਜ ਵਿੱਚ ਵਿਚਰਨ ਵਾਲਾ ਚਿਹਰਾ ਜਿਹਨੂੰ ਰਾਜਨੀਤੀ ਦਾ ਪਲੇਟਫਾਰਮ ਚਾਹੀਦਾ ਹੈ। ਔਰ ਉਸ ਤੋਂ ਬਾਅਦ ਤੁਸੀਂ ਇੱਕ ਰਾਜਨੀਤੀ ਚਿਹਰਾ ਬਣੋਗੇ, ਚਿਹਰਾ ਤਾਂ ਤੁਸੀਂ ਵੀ ਬਣੋਗੇ। ਅਫਕੋਰਸ ਚਿਹਰਾ ਤਾਂ ਮੈਂ ਵੀ ਬਣੂੰਗੀ, ਲੇਕਿਨ ਇਹਦੇ ਪਿੱਛੇ, ਇਸ ਚਿਹਰੇ ਦੇ ਪਿੱਛੇ ਜਿਹੜਾ ਵਰਕ ਕੀਤਾ ਹੋਇਆ ਉਹ ਵੀ ਨਾਲ ਜੁੜਿਆ ਹੋਇਆ। ਤਾਂ ਮੈਮ ਦੇਖੋ, ਇੱਕ ਜੇ ਮੈਂ ਗੱਲ ਕਰਾਂ ਤਾਂ ਫੀਮੇਲ ਕੈਂਡੀਡੇਟ ਮੈਨੂੰ ਲੱਗਦਾ ਹੈ ਕਿ ਬਠਿੰਡਾ ਨੂੰ ਐਮਐਲਏ ਦੀ ਸੀਟ ਤੇ ਫਸਟ ਟਾਈਮ ਮਿਲੇਗਾ ਜੇਕਰ ਤੁਹਾਨੂੰ ਬੀਜੇਪੀ ਇੱਥੋਂ ਅਨਾਉਂਸ ਕਰਦੀ ਹੈ। ਤਾਂ ਉਹਦੇ ਨਾਲ ਮੈਮ ਤੁਸੀਂ ਕੀ ਸੋਚ ਰਹੇ ਹੋ ਕਿ ਫੀਮੇਲ ਦਾ ਸਪੋਰਟ ਤੁਹਾਨੂੰ ਕਿਸ ਤਰ੍ਹਾਂ ਮਿਲਣੀ ਸ਼ੁਰੂ ਹੋ ਚੁੱਕੀ ਹੈ ਜਾਂ ਕਿਸ ਤਰ੍ਹਾਂ ਉਸ ਨੂੰ ਵੇਖ ਰਹੇ ਹੋ? ਮੈਂ ਆਪਣੀ ਜੋ ਵੀ ਐਕਟੀਵਿਟੀ ਕਰਦੀ ਹਾਂ ਮੋਸਟਲੀ ਉਹ 'ਚੋਂ 50 ਤੋਂ 60% ਮੇਰੀ ਫੇਸਬੁੱਕ ਪੇਜ 'ਤੇ, ਕਿਉਂਕਿ ਲਾਈਵ ਹੀ ਹੁੰਦਾ ਮੇਰਾ ਮੋਸਟਲੀ, ਤਾਂ ਉਹਦੇ ਵਿੱਚ ਤੁਸੀਂ ਮੈਕਸਿਮਮ ਦੇਖੋਗੇ ਜਿਹੜਾ ਮਹਿਲਾਵਾਂ ਦਾ ਇੰਟਰਸਟ ਹੈ ਉਹ ਬਹੁਤ ਜ਼ਿਆਦਾ ਹੈ। ਉਹਦਾ ਰੀਜ਼ਨ ਕੀ ਹੈ? ਦੇਖਿਓ, ਜਿਹੜਾ ਇੱਕ ਔਰਤ ਹੈ ਉਹ ਪੂਰਾ ਪਰਿਵਾਰ ਚਲਾਉਂਦੀ ਹੈ, ਉਹ ਪੂਰਾ ਸਮਾਜ ਚਲਾਉਂਦੀ ਹੈ, ਤੇ ਉਹਦਾ ਜਿਹੜਾ ਦਾਇਰਾ ਉਹ ਆਪਣੇ ਪਤੀ ਤੱਕ ਵੀ ਹੁੰਦਾ, ਆਪਣੇ ਬੱਚਿਆਂ ਤੱਕ ਵੀ ਹੁੰਦਾ, ਆਪਣੇ ਆਸ-ਪਾਸ ਰਿਸ਼ਤੇਦਾਰੀ ਤੱਕ ਹੁੰਦਾ ਸਾਰੇ। ਤੇ ਜਦੋਂ ਮੈਂ ਕਹਿੰਦੀ ਅਗਰ ਇੱਕ ਮਹਿਲਾ ਦੀ ਅਪਰੋਚ ਕਰ ਲਈ, ਆਪਣੀਆਂ ਪ੍ਰੋਬਲਮ ਆ ਕੇ ਦੱਸਦੇ ਤਾਂ ਪਰਿਵਾਰ ਦੀਆਂ ਸਾਰੀਆਂ ਪ੍ਰੋਬਲਮ ਸੋਲਵ ਕਰ ਲੈਂਦੀ ਹੈ। ਤਾਂ ਇਟ ਇਜ਼ ਵੈਰੀ ਈਜ਼ੀ। ਤੇ ਮੈਂ ਕਹਿੰਦੀ ਅਗਰ ਮਹਿਲਾ ਚਿਹਰਾ ਉਹਨਾਂ ਨੂੰ ਮਿਲਦਾ ਹੈ ਤਾਂ ਦੇ ਆਰ ਵੈਰੀ ਕੰਫਰਟੇਬਲ। ਜਿੱਥੇ ਤੁਸੀਂ ਮਹਿਲਾ ਚਿਹਰੇ ਦੀ ਗੱਲ ਕਰ ਰਹੇ ਹੋ ਤਾਂ ਜਿੱਥੇ ਪਿੱਛੇ ਜੇ ਕੇਜਰੀਵਾਲ ਮਹਿਲਾਵਾਂ ਦੇ ਲਈ 1000 ਰੁਪਈਆ ਵੀ ਕਹਿ ਕੇ ਗਏ, ਅਨਾਉਂਸ ਕਰਕੇ ਗਏ। ਮੈਮ ਮੇਰਾ ਕੁਐਸਚਨ ਪੂਰਾ ਹੋ ਜਾਣ ਦਿਓ ਕਿ ਜਿੱਥੇ ਉਹ 1000 ਰੁਪਈਆ ਅਨਾਉਂਸ ਕਰਕੇ ਗਿਆ ਕਿ ਪਰ ਮੰਥ ਉਹਨਾਂ ਨੂੰ ਮਿਲੇਗਾ, ਤਾਂ ਮੈਮ ਇਸ ਤਰ੍ਹਾਂ ਇਹ ਤੁਹਾਨੂੰ ਲੱਗ ਨਹੀਂ ਰਿਹਾ ਕਿ ਕਿਤੇ ਉਹ ਵਿੱਤੀ ਸਹਾਇਤਾ ਕਰ ਰਹੇ ਹਨ ਜਾਂ ਕੁਝ ਹੋਰ ਲੱਗ ਰਿਹਾ ਤੁਹਾਨੂੰ? ਮਜ਼ਾਕ ਉਡਾ ਰਹੀ ਹੈ ਜੀ ਉਹ ਮਹਿਲਾਵਾਂ ਦਾ। ਔਰ ਮੈਂ ਮਹਿਲਾਵਾਂ ਵਿੱਚ ਇਹ ਗੱਲ ਵੀ ਕੀਤੀ ਸੀ, ਮਹਿਲਾਵਾਂ ਨੇ ਇਹਦਾ ਸਖਤ ਵਿਰੋਧ ਕੀਤਾ ਹੈਗਾ ਕਿ 1000 ਰੁਪਇਆ ਕੇਜਰੀਵਾਲ ਜੋ ਬੋਲ ਕੇ ਗਿਆ ਤੇ ਇਹ ਉਹਨਾਂ ਦਾ ਪੂਰੀ ਤਰ੍ਹਾਂ ਮਜ਼ਾਕ ਉਡਾਇਆ ਗਿਆ ਕਿ 1000 ਰੁਪਏ ਦੇ ਵਿੱਚ ਮੈਂ ਕਹਿੰਦੀ ਹਾਂ ਇੱਕ ਹਫ਼ਤੇ ਦਾ ਇੱਕ ਲੇਡੀਜ਼ ਦਾ ਰਾਸ਼ਨ ਵੀ ਨਹੀਂ ਆਉਂਦਾ। 1000 ਰੁਪਏ 'ਚ ਕੀ ਮਿਲ ਜਾਏਗਾ? ਦੂਸਰੀ ਗੱਲ, ਤੁਸੀਂ ਕੋਈ ਇੱਥੇ ਭੀਖ ਨਹੀਂ ਵੰਡਣੀ, ਤੁਸੀਂ ਲੋਕਾਂ ਨੂੰ ਡਿਵੈਲਪ ਕਰੋ, ਰਾਜ ਨੂੰ ਡਿਵੈਲਪ ਕਰੋ, ਲੋਕਾਂ ਦੀ ਮੋਰਲ ਡਿਵੈਲਪਮੈਂਟ ਕਰੋ, ਸੋਸ਼ਲ ਡਿਵੈਲਪਮੈਂਟ ਕਰੋ, ਇਕਨੋਮਿਕ ਡਿਵੈਲਪਮੈਂਟ ਕਰੋ। ਤੁਸੀਂ ਲੋਕਾਂ ਨੂੰ ਭਿਖਾਰੀ ਨਾ ਬਣਾਓ। ਪਰ ਉਹ ਤਾਂ ਕਹਿ ਰਹੇ ਕਿ ਮੈਂ ਦਿੱਲੀ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਔਰ ਜੇ ਮੈਂ ਗੱਲ ਕਰਾਂ ਕਿ ਹੈਲਥ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪਰੂਵਮੈਂਟ ਕੀਤੀ ਔਰ ਲੋਕਾਂ ਤੱਕ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਹਨ, ਤਾਂ ਤੁਸੀਂ ਕਹਿ ਰਹੇ ਹੋ ਕਿ ਡਿਵੈਲਪਮੈਂਟ ਇਕਨੋਮਿਕਲੀ, ਤਾਂ ਉਹ ਇਕਨੋਮਿਕਲੀ ਡਿਵੈਲਪਮੈਂਟ ਨਹੀਂ ਹੋਵੇਗੀ ਜੇ ਕਿਸੇ ਦੇ ਖਾਤੇ ਵਿੱਚ 1000 ਰੁਪਇਆ ਜਾਂਦਾ ਹੈ ਤਾਂ? ਇਹਦੇ ਨਾਲ ਕੋਈ ਇਕਨੋਮਿਕ ਡਿਵੈਲਪਮੈਂਟ ਨਹੀਂ ਹੋਣ ਵਾਲੀ ਜੀ। ਇਹਦੇ ਨਾਲ ਕੀ ਲੋਕਾਂ ਦਾ ਜ਼ਮੀਰ ਗੇਰਦੇ ਹੋ। ਜਿਹੜੇ ਲੋਕ 2 ਪੈਸੇ ਦਾ ਕੰਮ ਵੀ ਬਾਹਰ ਕਰਨ ਜਾਂਦੇ ਆ ਨਾ, ਉਹਨਾਂ ਨੂੰ ਵੀ ਤੁਸੀਂ ਕਹਿੰਦੇ ਰਜਾਈਆਂ 'ਚ ਵੜ ਕੇ ਬੈਠ ਜਾਓ। ਤਾਂ ਪਰ ਮੈਮ ਦੂਸਰੇ ਪਾਸੇ ਜੇ ਮੈਂ ਗੱਲ ਕਰਾਂ ਤਾਂ ਦੂਸਰੀਆਂ ਪਾਰਟੀਆਂ ਵੀ ਕੋਈ ਆਟਾ ਫ੍ਰੀ ਦੇ ਰਿਹਾ, ਕੋਈ ਦਾਲ ਫ੍ਰੀ ਦੇ ਰਿਹਾ, ਕੋਈ ਲਾਈਟ ਫ੍ਰੀ ਦੇ ਰਿਹਾ, ਤਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਹੜੀ
ਮੇਰਾ ਜਿਹੜਾ ਇੱਕੋ ਹੀ ਗੱਲ ਹੈ ਕਿ ਫ੍ਰੀ ਜਿਹੜਾ ਦੇਣਾ ਹੈ ਉਸ ਟਾਈਮ, ਜਿਵੇਂ ਹੁਣ ਕੋਵਿਡ ਦਾ ਟਾਈਮ ਸੀਗਾ, ਠੀਕ ਹੈ ਨਾ, ਉਸ ਟਾਈਮ ਕੇਜਰੀਵਾਲ ਜੀ ਆ ਕੇ ਕਹਿ ਦਿੰਦੇ ਕਿ ਮੈਂ ਹਜ਼ਾਰ ਰੁਪਇਆ ਸਾਰਿਆਂ ਦੇ ਖਾਤਿਆਂ 'ਚ ਪੈ ਰਿਹਾ, ਫਿਰ ਤਾਂ ਮੈਂ ਮੰਨਦੀ। ਹੁਣ ਚੰਗੇ ਭਲੇ ਬਿਜ਼ਨਸ ਚੱਲ ਗਿਆ, ਸਾਰੀ ਟਰੈਕ ਤੇ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 100 ਕਰੋੜ ਤੋਂ ਉੱਪਰ ਲੋਕਾਂ ਨੂੰ, ਤੁਸੀਂ ਦੇਖੋ, ਫ੍ਰੀ ਵੈਕਸੀਨ ਲੱਗ ਗਈ ਹੈ। ਜਦੋਂ ਇਹ ਕਰੋਨਾ ਦਾ ਟਾਈਮ ਆਇਆ ਸੀ ਤਾਂ ਅਸੀਂ ਵੈਕਸੀਨ ਲਈ ਦੂਸਰੇ ਦੇਸ਼ਾਂ ਤੇ ਮੁਹਤਾਜ ਸੀ, ਤੇ ਅੱਜ ਇਹ ਐਕਸਪੋਰਟ ਕਰ ਰਹੇ ਹਾਂ, ਅਸੀਂ ਦੂਸਰੇ ਦੇਸ਼ ਸਾਡੇ ਤੋਂ ਵੈਕਸੀਨ ਲੈ ਰਹੇ, ਤੇ ਸਿੱਖੋ ਉਹਨਾਂ ਤੋਂ ਕੁਛ। ਨਹੀਂ, ਹੁਣ ਤੁਸੀਂ ਕਹਿ ਰਹੇ ਹੋ ਮੈਮ, ਤੁਹਾਨੂੰ ਕੀ ਲੱਗਦਾ, ਮੈਂ ਦੂਸਰੀਆਂ ਪਾਰਟੀਆਂ ਬਾਰੇ ਵੀ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗਾ ਕਿ ਜਿੱਥੇ ਕਿ ਉਹ ਵੀ ਅਨਾਉਂਸਮੈਂਟਸ ਕਰ ਰਹੇ ਨੇ ਕਿ ਦਾਲ ਫ੍ਰੀ, ਆਟਾ ਫ੍ਰੀ, ਘਿਓ ਫ੍ਰੀ, ਦਿਸ ਵਨ ਫ੍ਰੀ, ਸਾਰਾ ਕੁਝ ਫ੍ਰੀ। ਤਾਂ ਕੀ ਮੇਰਾ ਕੁਐਸਚਨ ਇਹ ਹੈ ਮੈਮ ਕਿ ਬੀਜੇਪੀ ਵੀ ਕੋਈ ਇਸ ਤਰ੍ਹਾਂ ਦੀ ਸਕੀਮ ਲੈ ਕੇ ਆ ਰਹੀ ਹੈ ਜਾਂ ਕੁਝ ਇਸ ਤਰ੍ਹਾਂ ਲੋਕਾਂ ਨੂੰ ਲੁਭਾਉਣ ਦੇ ਲਈ ਉਹ ਵੀ ਇਸ ਤਰ੍ਹਾਂ ਦੇ ષਡਯੰਤਰ ਰਚ ਰਹੀ ਹੈ ਸਰ? ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੈ। ਇੱਕ ਤੁਸੀਂ ਕਿਹਾ ਲੁਭਾਵਨਾ, ਦੂਸਰਾ ਕਿਹਾ ષਡਯੰਤਰ। ਬੀਜੇਪੀ ਨਾ ષਡਯੰਤਰ ਰਚੇ, ਨਾ ਕਿਸੇ ਨੂੰ ਲੁਭਾਵੇ, ਜੋ ਕਰੇਗੀ ਸੱਚ ਦੀ ਲੜਾਈ। ਬੀਜੇਪੀ ਦੀ ਤਾਂ ਬੀਜੇਪੀ ਨੇ ਵੀ ਪਹਿਲਾਂ ਕਿਸਾਨਾਂ ਦੇ ਵਿਰੁੱਧ 3 ਕਾਲੇ ਕਾਨੂੰਨ ਪਾਸ ਕੀਤੇ, ਤਾਂ ਉਹਨਾਂ ਨੇ ਫਿਰ ਇਹਨੂੰ ਵਾਪਸ ਲਿਆ, ਤੇ ਇਹ ਵੀ ਇੱਕ ષਡਯੰਤਰ ਹੀ ਆਪਾਂ ਕਹਾਂਗੇ ਕਿ ਪਹਿਲਾਂ ਰਚ ਦੇਣਾ ਔਰ ਬਾਅਦ ਵਿੱਚ ਵਾਪਸ ਲੈ ਲੈਣਾ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਜਿਹੜੇ ਕਾਨੂੰਨ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਉਹਨਾਂ ਦੀ ਟੀਮ ਨੇ, ਪਹਿਲੀ ਗੱਲ ਤਾਂ ਕਾਫੀ ਟਾਈਮ ਤੋਂ ਪਹਿਲਾਂ ਹੀ ਚੱਲ ਰਹੀ ਸੀਗੇ, ਤੇ ਉਹਨਾਂ ਨੇ ਜਿਹੜੀ ਇਹ ਪਾਸ ਹੋਣ ਦੀ ਪ੍ਰਕਿਰਿਆ ਉਹਨਾਂ ਦੇ ਟਾਈਮ ਵਿੱਚ ਹੋਈ, ਤੇ ਦੂਸਰੇ ਰਾਸ਼ਟਰ ਹਿੱਤ ਦੇ ਲਈ ਬਣਾਏ ਗਏ ਸੀ। ਉਹਨਾਂ ਨੇ ਖੁਦ ਕਿਹਾ ਕਿ ਮੈਂ ਰਾਸ਼ਟਰ ਹਿੱਤ ਦੇ ਲਈ ਵਾਪਸ ਲੈ ਰਹੀ ਹਾਂ, ਕਿਉਂਕਿ ਜਦੋਂ ਉਹਨਾਂ ਨੂੰ ਲੱਗਿਆ ਵੀ ਲੋਕਾਂ ਦੇ ਵਿੱਚ ਇਹਦਾ ਜਿਹੜਾ ਹੈ ਵਿਰੋਧ ਲਗਾਤਾਰ ਜਾਰੀ ਹੈ, ਕੋਈ ਇਸ ਦੇਸ਼ ਦੇ ਵਿੱਚ ਸ਼ਾਂਤੀ ਨਹੀਂ। ਔਰ ਤੁਸੀਂ ਇਹ ਦੇਖੋ, ਪੂਰੇ ਦੇਸ਼ ਦੇ ਵਾਸਤੇ ਬਣੇ ਸੀਗੇ ਕਾਨੂੰਨ, ਸਾਰੇ ਰਾਜਾਂ ਲਈ ਹੀ ਬਣੇ ਸੀਗੇ, ਸਿਰਫ 2 ਰਾਜ ਸੀਗੇ, ਹਰਿਆਣਾ ਤੇ ਪੰਜਾਬ ਵਿੱਚ, ਜਿਹੜਾ ਜ਼ਿਆਦਾ ਯੂਪੀ ਵਿੱਚ ਵੀ ਸੀ, ਚਲੋ ਤੇ ਇਹਦਾ ਲੇਕਿਨ 2-3 ਰਾਜਾਂ ਦੇ ਵਿੱਚ ਇਹਦਾ ਵਿਰੋਧ ਸੀਗਾ, ਲੇਕਿਨ ਫਿਰ ਵੀ ਉਹਨਾਂ ਨੇ ਵੱਡਾ ਦਿਲ ਰੱਖਦੇ ਹੋਏ ਇਹਨਾਂ ਨੂੰ ਰਾਸ਼ਟਰ ਹਿੱਤ ਦੇ ਲਈ ਵਾਪਸ ਵੀ ਲਿਆ ਔਰ ਮਾਫੀ ਵੀ ਮੰਗੀ। ਚਲੋ ਮੈਮ, ਹੁਣ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਇਸ ਦਾ ਇਫੈਕਟ ਚੋਣਾਂ ਤੇ ਬੀਜੇਪੀ ਨੂੰ ਭੁਗਤਣਾ ਪਵੇਗਾ? ਕੀ ਇਸ ਦਾ ਹਰਜਾਨਾ ਬੀਜੇਪੀ ਨੂੰ ਪਵੇਗਾ? ਬੀਜੇਪੀ ਜਿਹੜੀਆਂ ਟਾਈਮ ਹੈ ਥੋੜਾ ਸੀਗਾ ਇਸ ਤਰ੍ਹਾਂ ਦਾ, ਉਹ ਚਲਾ ਗਿਆ ਹੈ। ਹੁਣ ਬੀਜੇਪੀ ਆਪਣੇ ਨਵੇਂ ਮੋੜ ਦੇ ਨਾਲ, ਨਵੇਂ ਪੰਜਾਬ ਦੇ ਨਾਲ ਅੱਗੇ ਆ ਰਹੀ ਹੈ, ਔਰ ਭਾਜਪਾ ਆਪਣੀਆਂ ਨੀਤੀਆਂ, ਮੈਂ ਕਹਿੰਦੀ ਹਾਂ, ਦੇਖੋ ਜਿਹੜੀਆਂ ਨੀਤੀਆਂ, ਇੱਕ ਤੁਸੀਂ ਜਿਵੇਂ ਹੁਣ ਕਹਿੰਦੇ ਸੀ ਵੀ ਕੀ ਲੈ ਕੇ ਆਏਗੀ, ਹੁਣ ਆਲਰੇਡੀ ਉਹਨਾਂ ਦੀਆਂ ਇੰਨੀਆਂ ਵੈਲਫੇਅਰ ਨੀਤੀਆਂ, ਚਾਹੇ ਜਨ ਧਨ ਯੋਜਨਾ ਦੀ ਗੱਲ ਕਰ ਲਾਂ ਮੈਂ, ਚਾਹੇ ਉਜਵਲਾ ਯੋਜਨਾ ਦੀ ਗੱਲ ਕਰ ਲਾਂ, ਚਾਹੇ ਆਯੁਸ਼ਮਾਨ ਦੀ, ਚਾਹੇ ਸਵੱਛ ਭਾਰਤ ਦੀ, ਜਿੰਨੀਆਂ ਵੀ ਨੀਤੀਆਂ ਬਣਾਈਆਂ ਉਹ ਤੇ ਪ੍ਰੈਕਟੀਕਲ ਉਤਰਿਆ, ਔਰ ਹੋਰ ਵੀ ਜਿਹੜੀਆਂ ਵੀ ਪਾਲਿਸੀਆਂ ਲੈ ਕੇ ਆਉਣਗੇ ਉਹ ਤੇ ਪ੍ਰੈਕਟੀਕਲ ਹੀ ਹੋਣਗੇ। ਤਾਂ ਉਹੀ ਕੈਪਟਨ ਅਮਰਿੰਦਰ ਸਿੰਘ ਜੀ ਹੁਣ ਬੀਜੇਪੀ ਨਾਲ ਹੱਥ ਮਿਲਾ ਰਹੇ ਹੈ, ਤਾਂ ਫਿਰ ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਕਿ ਪਹਿਲਾਂ ਇੱਕ ਵਾਰੀ ਉਹ ਸੌਂ ਖਾ ਕੇ ਲੋਕਾਂ ਦੇ ਕੰਮ ਨਹੀਂ ਹੋਏ, ਤੁਸੀਂ ਹੁਣੇ ਕਿਹਾ ਕਿ ਲੋਕਾਂ ਦੇ ਕੰਮ ਨਹੀਂ ਹੋਏ, ਤਾਂ ਜੇ ਉਹ ਬੀਜੇਪੀ ਨਾਲ ਹੱਥ ਮਿਲਾਉਂਦੇ ਆ ਤਾਂ ਫਿਰ ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਕੀ ਹੈ ਕਿ ਉਹ ਜਿਸ ਗਰੁੱਪ ਨਾਲ ਜੁੜੇ ਸੀਗੇ, ਜਦੋਂ ਤੁਸੀਂ ਇੱਕ ਟੀਮ 'ਚ ਹੁੰਦੇ ਹੋ ਤਾਂ ਤੁਸੀਂ ਟੀਮ ਦੇ ਅਕੋਰਡਿੰਗ ਕੰਮ ਕਰਦੇ ਹੋ, ਜਦੋਂ ਟੀਮ ਤੋਂ ਤੁਸੀਂ ਅਲੱਗ ਹੋ ਜਾਂਦੇ ਹੋ ਤਾਂ ਫਿਰ ਤੁਸੀਂ ਆਪਣੀ ਵਿਚਾਰਧਾਰਾ ਦੇ ਹਿਸਾਬ ਨਾਲ ਗੱਲ ਕਰਦੇ ਹੋ, ਤਾਂ ਉਹਨਾਂ ਦੀ ਵਿਚਾਰਧਾਰਾ ਦੇਖੋ ਹੁਣ ਕਿਵੇਂ ਹੈ। ਮਤਲਬ ਕਿ ਨਹੀਂ, ਮਤਲਬ ਕਿ ਜੋ ਗੁਟਕਾ ਸਾਹਿਬ ਤੇ ਸੌਂ ਖਾਦੀ ਉਹ ਤਾਂ ਟੀਮ ਨੇ ਖਾਦੀ। ਜਦੋਂ ਬੱਚਾ 4th ਕਲਾਸ 'ਚ ਉਦੋਂ 4th ਕਲਾਸ ਦੀ ਗੱਲ ਕਰੇਗਾ, ਲੇਕਿਨ ਉਹ ਆਪਣੀ ਕਲਾਸ ਤੋਂ ਜਦੋਂ ਅਲੱਗ ਹੋ ਜਾਂਦਾ, ਪੜ੍ਹਾਈ ਜਦੋਂ ਉਸ ਤੋਂ ਅਲੱਗ ਚਲਾ ਜਾਂਦਾ ਤਾਂ ਦੂਸਰੇ এনवायरमेंट 'ਚ ਆ ਕੇ ਤਾਂ ਆਪਣੀ ਦੀ ਗੱਲ ਕਰਦਾ। ਪਰ ਉਦੋਂ ਜੋ ਚਿਹਰਾ ਸੀ, ਮੁੱਖ ਮੰਤਰੀ ਦਾ ਚਿਹਰਾ ਸੀ, ਜਾਂ ਦਾਅਵੇਦਾਰੀ ਮੁੱਖ ਮੰਤਰੀ ਦੀ ਸੀ, ਉਹ ਕੈਪਟਨ ਅਮਰਿੰਦਰ ਸਿੰਘ ਦੀ ਸੀ। ਡਿਸੀਜਨ ਅਜੇ ਹੋਇਆ ਨਹੀਂ ਕਿ ਜਦੋਂ ਹੋਏਗਾ ਤਾਂ ਦੇਖਾਂਗੇ ਗੱਲ। ਹਾਂਜੀ, ਇਹ ਤੁਸੀਂ ਕਹਿ ਸਕਦੇ ਹੋ ਕਿ ਹਾਲੇ ਫੈਸਲਾ ਨਹੀਂ ਹੋਇਆ। ਜੀ ਜੀ ਜੀ, ਉਦੋਂ ਵੀ ਗੱਲ ਕਰ ਲਾਂਗੇ। ਠੀਕ ਹੈ, ਤਾਂ ਮੈਮ ਮੇਰਾ ਅੰਤਿਮ ਵਿੱਚ ਤੁਹਾਡੇ ਤੱਕ ਇਹੀ ਸਵਾਲ ਰਹੇਗਾ ਕਿ ਜਿਹੜੇ ਇਹ 3 ਚਿਹਰੇ ਹਨ, ਆਪਣੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਜੇ ਇੱਥੋਂ ਚੋਣ ਲੜਦੇ ਹਨ, ਤੇ ਉਧਰੋਂ ਗਿੱਲ ਸਾਹਿਬ ਜੇ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਸੀਟ ਮਿਲਦੀ ਹੈ, ਤੇ ਇੱਧਰੋਂ ਤੁਹਾਡੇ ਨਾਲ ਖੜੇ ਹਨ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਗੱਠਜੋੜ ਦੇ ਜੋ ਸਾਂਝੇ ਉਮੀਦਵਾਰ ਹਨ ਸਰੂਪ ਚੰਦ ਸਿੰਗਲਾ ਜੀ, ਤਾਂ ਇਹਨਾਂ ਤਿੰਨਾਂ ਮੇਲ ਮੈਂਬਰਸ ਦਾ ਇੱਕ ਦਾਅਵੇਦਾਰੀ ਪੇਸ਼ ਕਰਨੀ ਔਰ ਇੱਥੇ ਉਮੀਦਵਾਰੀ ਦੇ ਰੂਪ ਵਿੱਚ ਆਉਣਾ, ਔਰ ਤੁਹਾਡਾ ਇੱਕ ਫੀਮੇਲ ਦੇ ਰੂਪ ਵਿੱਚ ਇੱਥੇ ਆਉਣਾ ਔਰ ਫੀਮੇਲ ਨੂੰ ਟਿਕਟ ਮਿਲਣੀ, ਤਾਂ ਕੀ ਤੁਹਾਨੂੰ ਲੱਗਦਾ ਇਸ ਚੀਜ਼ ਦਾ ਤੁਹਾਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ? ਦੇਖੋ, ਫਸਟ ਆਫ ਆਲ ਤਾਂ ਆਜ਼ਾਦ ਭਾਰਤ ਦੇ ਵਿੱਚ ਜਦੋਂ ਅਸੀਂ ਸਮਾਨਤਾ ਦੀ ਗੱਲ ਕਰਦੇ ਹਾਂ, ਅੱਜ ਕੱਲ੍ਹ ਜੈਂਡਰ ਜਿਹੜਾ ਹੈ ਡਿਫਰੈਂਸਿਸ ਤਾਂ ਹੈ ਹੀ ਨਹੀਂ ਹੈ, ਸਾਰੇ ਕਿਤੇ ਦੇਖੀਏ ਤਾਂ ਇਕੁਐਲਿਟੀ ਹੈ। ਹੁਣ ਉਹ ਵਾਲੀ ਗੱਲ ਤਾਂ ਰਹਿ ਨਹੀਂ ਕਿ ਉਹ ਕੰਮ ਕਿਹੜਾ ਹੈ ਜਿਹੜਾ ਔਰਤਾਂ ਨਹੀਂ ਕਰ ਸਕਦੀਆਂ, ਇਹ ਜਾਂ ਕੰਮ ਨਹੀਂ ਜਿਹੜੇ ਦੋਨੋਂ ਹੀ ਮਿਲ ਕੇ ਜਿਹੜਾ ਬਰਾਬਰ ਕੰਮ ਕਰ ਰਿਹਾ। ਰਾਜਨੀਤੀ ਵਿੱਚ ਵੀ, ਰਾਜਨੀਤੀ ਦੀ ਗੱਲ ਤੇ ਆ ਰਹੀ ਹਾਂ ਮੈਂ, ਹੁਣ ਰਾਜਨੀਤੀ ਵਿੱਚ ਵੀ ਅਗਰ ਮਹਿਲਾਵਾਂ ਨੂੰ ਮੌਕਾ ਮਿਲ ਰਿਹਾ ਤਾਂ ਡਟ ਕੇ ਖੜੀ ਹੈ। ਅੱਛਾ, ਤਾਂ ਮੈਮ ਤੁਸੀਂ ਹੁਣ ਇਹਨਾਂ ਨੂੰ ਓਪੋਜੀਸ਼ਨ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ? ਮਨਪ੍ਰੀਤ ਸਿੰਘ ਬਾਦਲ ਨੂੰ ਜੇਕਰ ਉਹ ਤੁਹਾਡੀ ਓਪੋਜੀਸ਼ਨ ਦੇ ਵਿੱਚ ਆਉਂਦੇ ਹਨ ਤਾਂ ਕਿੰਨਾ ਸਟਰੋਂਗ ਕੈਂਡੀਡੇਟ ਮੰਨਦੇ ਹੋ? ਦੇਖੋ ਜੀ, ਮੈਂ ਇਹ ਜੱਜ, ਮੈਂ ਕੋਈ ਪਰਮਾਤਮਾ ਨਹੀਂ ਹੈਗੀ, ਮੈਂ ਕਿਸੇ ਨੂੰ ਨਹੀਂ ਪਰਮਾਤਮਾ ਦੀ ਗੱਲ ਨਹੀਂ ਕਰ ਰਿਹਾ ਮੈਮ। ਜੇ ਰਾਜਨੀਤੀ ਦੇ ਵਿੱਚ ਆ ਰਹੇ ਹੋ ਤਾਂ ਰਾਜਨੀਤੀ ਦੇ ਵਿੱਚ ਹਰ ਪਹਿਲੂ ਨੂੰ ਦੇਖਿਆ ਜਾਂਦਾ ਹੈ,
ਹਰ ਪਹਿਲੂ ਨੂੰ ਦੇਖਿਆ ਜਾਂਦਾ ਕਿ ਸਾਹਮਣੇ ਵਾਲਾ ਬੰਦਾ ਜਿਹੜੀ ਮੈਂ ਆਪਣੇ ਆਪ ਨੂੰ ਸਟਰੋਂਗ ਕੈਂਡੀਡੇਟ ਦੇ ਰੂਪ ਦੇ ਵਿੱਚ ਬਠਿੰਡਾ 'ਚ ਵੇਖਦੀ ਹਾਂ ਔਰ ਮੈਂ ਬੀਇੰਗ ਲੇਡੀ ਮੈਨੂੰ ਕਿਉਂਕਿ ਮੈਨੂੰ ਸਪੋਰਟ ਹੈ ਜਿਹੜੀ ਮਹਿਲਾਵਾਂ ਦੀ ਔਰ ਬੀਇੰਗ ਸੋਸ਼ਲ ਵਰਕਰ ਕੰਪੈਰੀਟਿਵਲੀ ਆਪਣੇ ਆਪ ਨੂੰ ਸਟਰੋਂਗ ਮੈਂ ਜਨਤਾ ਦੀ ਨਜ਼ਰ ਨਾਲ ਦੇਖ ਰਹੀ ਹਾਂ। ਚਲੋ ਮੈਮ, ਅੰਤ ਦੇ ਵਿੱਚ ਤੁਹਾਡਾ ਵੋਟਰਾਂ ਨੂੰ ਔਰ ਸਪੋਰਟਰਾਂ ਨੂੰ ਕੀ ਮੈਸੇਜ ਰਹੇਗਾ? ਮੇਰਾ ਵੋਟਰ ਤੇ ਸਪੋਰਟਰ ਨੂੰ ਇੱਕੋ ਹੀ ਮੈਸੇਜ ਹੈ ਕਿ ਮਾਨਨੀय ਨਰਿੰਦਰ ਮੋਦੀ ਜੀ ਦੀਆਂ ਅਗਰ ਤੁਸੀਂ ਡੀਪਲੀ ਪਾਲਿਸੀਆਂ ਤੱਕ ਜਾਓ ਤਾਂ ਉਹਨਾਂ ਦੀ ਪਾਲਿਸੀਆਂ ਨੂੰ ਪੜ੍ਹੋ ਕਿ ਰਾਸ਼ਟਰ ਹਿੱਤ ਦੇ ਲਈ, ਸਮਾਜ ਦੇ ਵਿਕਾਸ ਲਈ, ਗਰੀਬ ਤਬਕੇ ਲਈ, ਮਹਿਲਾਵਾਂ ਲਈ ਤੇ ਹਰ ਬੇਰੁਜ਼ਗਾਰ ਬੱਚਿਆਂ ਲਈ ਜੋ ਕੁਝ ਪਾਲਿਸੀਜ਼ ਲੈ ਕੇ ਆ ਰਹੇ ਆ ਤੁਸੀਂ ਉਹਦਾ ਮੈਕਸਿਮਮ ਬੈਨੀਫਿਟ ਲਓ ਤੇ ਆਉਣ ਵਾਲੇ ਟਾਈਮ 'ਚ ਆਪਣੇ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਆਪਣਾ ਕੈਂਡੀਡੇਟ, ਆਪਣਾ ਉਮੀਦਵਾਰ ਚੁਣੋ। ਤਾਂ ਦੋਸਤੋ, ਤੁਸੀਂ ਵੇਖਿਆ ਔਰ ਸੁਣਿਆ ਕਿ ਇਸ ਟਾਈਮ ਮੇਰੇ ਨਾਲ ਜੋ ਸ਼ਖਸੀਅਤ ਮੌਜੂਦ ਸੀ ਉਹ ਵੀਨੂ ਗੋਇਲ ਜੀ। ਇਹ ਵੀਨੂ ਗੋਇਲ ਜੀ ਇੱਥੋਂ ਇਹਨਾਂ ਨੂੰ ਹਾਲੇ ਟਿਕਟ ਅਨਾਉਂਸ ਨਹੀਂ ਹੋਈ, ਪਰ ਇਹਨਾਂ ਨੇ ਕਿਹਾ ਹੈ ਕਿ ਮੈਨੂੰ ਸੰਕੇਤ ਮਿਲ ਚੁੱਕੇ ਹਨ ਕਿ ਮੈਂ ਕੰਮ ਕਰ ਰਹੀ ਹਾਂ ਬੀਜੇਪੀ ਦੇ ਲਈ ਔਰ ਬੀਜੇਪੀ ਇਹਨਾਂ ਨੇ ਜੁਆਇਨ ਵੀ ਕਰ ਲਈ ਹੈ। ਸਮਾਜ ਸੇਵਾ ਤੋਂ ਚੱਲ ਕੇ ਰਾਜਨੀਤੀ ਦੇ ਵਿੱਚ ਆਪਣਾ ਮੈਂ ਕਹਿ ਸਕਦਾ ਕਿ ਕਿਸਮਤ ਅਜ਼ਮਾਇਸ਼ ਕਰਨ ਜਾ ਰਹੇ ਹਨ। ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 2022 ਦੀਆਂ ਇਲੈਕਸ਼ਨ ਦੇ ਵਿੱਚ ਦੇਖਣਾ ਹੋਵੇਗਾ ਕਿ ਬੀਜੇਪੀ ਇੱਥੇ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਬਠਿੰਡਾ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਇਹਨਾਂ ਦੀ ਰਹਿੰਦੀ ਹੈ। ਜਿਸ ਤਰ੍ਹਾਂ ਇਹ ਕਿ ਇਹ ਆਪਣਾ ਫੈਸਲਾ ਦੱਸ ਰਹੇ ਔਰ ਇਹ ਆਪਣੇ ਆਪ ਨੂੰ ਕਹਿ ਰਹੇ ਹਨ ਕਿ ਮਹਿਲਾਵਾਂ ਦਾ ਮੈਨੂੰ ਬਹੁਤ ਸਪੋਰਟ ਹੈ ਔਰ ਮੈਨੂੰ ਉਮੀਦ ਹੈ ਕਿ ਮੇਰੇ ਨਾਲ ਸਾਰੀਆਂ ਮਹਿਲਾਵਾਂ ਖੜਨਗੀਆਂ। ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹਨਾਂ ਕੈਂਡੀਡੇਟਸ ਦੇ ਵਿੱਚੋਂ ਜੇਕਰ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੀ, ਤਾਂ ਉੱਥੋਂ ਸ਼੍ਰੀ ਸਰੂਪ ਚੰਦ ਸਿੰਗਲਾ ਜੀ ਇੱਥੋਂ ਦਾਅਵੇਦਾਰੀ ਹਨ ਔਰ ਉਮੀਦਵਾਰ ਹਨ। ਤੇ ਜੇ ਮੈਂ ਦੂਸਰੇ ਪਾਸੇ ਗੱਲ ਕਰਾਂ, ਹਾਲੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਅਨਾਉਂਸ ਨਹੀਂ ਕੀਤੇ। ਤੇ ਬੀਜੇਪੀ ਦੀ ਜੇ ਗੱਲ ਕਰਾਂ ਤਾਂ ਬੀਜੇਪੀ ਤੋਂ ਇਹਨਾਂ ਨੂੰ ਸੰਕੇਤ ਮਿਲ ਚੁੱਕੇ ਹਨ ਅਤੇ ਇਹ ਆਪਦੀ ਦਾਅਵੇਦਾਰੀ ਔਰ ਉਮੀਦਵਾਰੀ ਇੱਥੋਂ ਪੇਸ਼ ਕਰਨਗੇ। ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਲਈ ਔਰ ਵੀਨੂ ਗੋਇਲ ਦੇ ਲਈ ਬਠਿੰਡਾ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਰਹੇਗੀ। ਤੁਸੀਂ ਵੇਖ ਰਹੇ ਸੀ ਥੈਂਕ ਯੂ ਪੰਜਾਬ। ਇਸੇ ਤਰ੍ਹਾਂ ਵੇਖਦੇ ਰਹੋ, ਮੈਂ ਤੁਹਾਡੇ ਰੂਬਰੂ ਕਰਵਾਉਂਦਾ ਰਹਾਂਗਾ ਦੇਸ਼ ਅਤੇ ਵਿਦੇਸ਼ ਦੀਆਂ ਖਬਰਾਂ। ਤੁਹਾਡਾ ਆਪਣਾ ਪ੍ਰਿਤਪਾਲ ਸਿੰਘ, ਗੋਨਿਆਣਾ ਮੰਡੀ। ਥੈਂਕ ਯੂ।